ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇਖ ਰਹੇ ਦਰਸ਼ਕੋ ਆਪ ਜੀ ਨੂੰ ਜੀ ਆਖਦੇ ਹਾਂ। ਅੱਜ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਸਿੱਖ ਕਮਿਊਨਿਟੀ ਕੋਵਿਡ-19 ਅਪਡੇਟ ਲੈ ਕੇ ਆਪ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਕੋਵਿਡ-19 ਕਰੋਨਾ ਵਾਇਰਸ ਦੀ ਇਹ ਮਹਾਮਾਰੀ ਨੇ ਸਮੁੱਚੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਮੁੱਚਾ ਸੰਸਾਰ ਇਸ ਦੀ ਲਪੇਟ ਵਿੱਚ ਤਰਫ ਰਿਹਾ ਹੈ। ਹਰ ਰੋਜ਼ ਆਪਾਂ ਦੁਨੀਆ ਦੇ ਕੋਨੇ-ਕੋਨੇ ਵਿੱਚ ਸੁਣਦੇ ਹਾਂ, ਦੇਖਦੇ ਹਾਂ ਕਿਤਨੇ ਨੂੰ ਇਹ ਬਿਮਾਰੀ ਲਪੇਟੇ ਵਿੱਚ ਲੈਂਦੀ ਹੈ ਤੇ ਕਿਤਨੀਆਂ ਦੀਆਂ ਜਾਨਾਂ ਹਰ ਰੋਜ਼ ਸਮੁੱਚੇ ਸੰਸਾਰ ਵਿੱਚ ਇਸ ਬਿਮਾਰੀ ਨੇ ਲਿੱਤੀਆਂ ਹਨ ਤੇ ਲੈ ਰਹੀ ਹੈ। ਯੂਕੇ ਦੇ ਵਿੱਚ ਵੀ ਇਸ ਬਿਮਾਰੀ ਨੇ ਬਹੁਤ ਜ਼ਿਆਦਾ ਆਪਣੇ ਹੱਥ ਦਿਖਾਏ ਨੇ ਤੇ ਜਿੱਥੇ ਸਮੁੱਚੇ ਸੰਸਾਰ ਦੀਆਂ ਸਰਕਾਰਾਂ, ਵਿਦਵਾਨ, ਸਾਇੰਟਿਸਟ, ਮੈਡੀਕਲ ਸਭ ਇਕੱਠੇ ਹੋ ਕੇ ਇਸ ਦੀ ਲੜਾਈ ਲੜ ਰਹੇ ਹਨ। ਅੱਜ ਸਾਡੇ ਨਾਲ ਸੰਗਤ ਟੀਵੀ ਦੇ ਸਟੂਡੀਓਜ਼ ਦੇ ਵਿੱਚ ਸਾਡੇ ਨਾਲ ਦੋ ਇੱਕ ਐਸੀਆਂ ਸ਼ਖਸੀਅਤਾਂ ਜੋ ਕਿ ਇਸ ਲੜਾਈ ਦੇ ਵਿੱਚ ਆਪਣੀ ਕਾਬਲੀਅਤ ਦੇ ਨਾਲ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ। ਸਾਡੇ ਨਾਲ ਡਾਕਟਰ ਸੁਖਪਾਲ ਸਿੰਘ ਜੀ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਬੀਬੀ ਚਰਨਜੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਸੰਗਤ ਟੈਲੀਵਿਜ਼ਨ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਕਰੋਨਾ ਵਾਇਰਸ ਨੇ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਕੇ ਬਹੁਤ ਨੁਕਸਾਨ ਕੀਤਾ ਹੈ ਤੇ ਕਰ ਰਿਹਾ ਹੈ। ਆਪ ਜੀ ਮੈਡੀਕਲ ਫੀਲਡ ਵਿੱਚ ਡਾਕਟਰ ਸਾਹਿਬ, ਆਪ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਧੰਨਵਾਦ ਜੀ। ਪਹਿਲਾਂ ਤਾਂ ਸੰਗਤ ਟੀਵੀ ਦਾ ਜੋ ਕਿ ਮੇਰੇ ਵਰਗੇ ਲੋਕਾਂ ਦਾ ਜਿਹੜਾ ਅੱਗੇ ਮੈਸੇਜ ਕਮਿਊਨਿਟੀ ਵਿੱਚ ਪਹੁੰਚਾਉਣ ਦਾ ਇਹ ਜਿਹੜਾ ਮੌਕਾ ਸਾਨੂੰ ਦਿੱਤਾ ਜੀ। ਸੋ ਵੀਰ ਜੀ, ਇਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਜਿਹੜੀ ਬਿਮਾਰੀ ਹੈ ਇਹਨੇ ਸਾਰੀ ਦੁਨੀਆ 'ਤੇ ਐਸਾ ਕਹਿਰ ਜਮਾਇਆ ਹੋਇਆ ਹੈ ਕਿ ਹਿਸਟੋਰੀਕਲੀ ਵੀ ਅਗਰ ਅਸੀਂ ਦੇਖੀਏ ਤਾਂ ਬਹੁਤ ਦੂਰ ਤੱਕ ਸੋਚਣਾ ਪੈਂਦਾ ਵੀ ਕਦੋਂ ਇੰਨੀ ਜਨਸੰਖਿਆ ਦੇ ਵਿੱਚ ਜਿਹੜੀ ਹੈ ਇੱਦਾਂ ਦੀ ਕਿਸੇ ਬਿਮਾਰੀ ਨੇ ਸਾਰੀ ਦੁਨੀਆ 'ਤੇ ਕਹਿਰ ਢਾਇਆ। ਅਗਰ ਅਸੀਂ ਹੁਣ ਲੜਾਈਆਂ ਕਈ ਵਾਰੀ ਯਾਦ ਕਰਦੇ ਹਾਂ, World War I, World War II ਅਸੀਂ ਯਾਦ ਕਰਦੇ ਹਾਂ ਤੇ ਦੇਖਦੇ ਹਾਂ ਕਿ ਉਦੋਂ ਸਾਡੇ ਕਿੰਨੇ ਜੀ ਉਦੋਂ ਹਲਾਕ ਹੋ ਗਏ। ਅਸੀਂ ਉਹਨਾਂ ਦੀ ਰਿਮੈਂਬਰੈਂਸ ਰੱਖਦੇ ਹਾਂ, ਹਰ ਸਾਲ ਉਹਨਾਂ ਨੂੰ ਯਾਦ ਕਰਦੇ ਹਾਂ। ਤੇ ਇੱਕ ਸਾਲ ਦੇ ਵਿੱਚ ਹੀ ਜਿਹੜੀ ਇਹ ਬਿਮਾਰੀ ਨੇ ਲੱਖ ਬੰਦੇ ਤੋਂ ਉੱਪਰ ਜਿਹੜਾ ਹੈ ਯੂਕੇ ਦਾ ਬੰਦਾ ਇਹਦੀ ਮੋਰਟੈਲਿਟੀ ਡੈਥ ਰੇਟ ਇੱਥੇ ਲੈ ਆਉਂਦਾ। ਸੋ ਇਹ ਬੜੀ ਸੋਚਣ ਵਾਲੀ ਗੱਲ ਹੈ ਕਿ ਐਕਚੁਅਲੀ ਅਸੀਂ ਇਹਦੇ ਬਾਰੇ ਜਦੋਂ ਗੱਲ ਕਰਦੇ ਹਾਂ, ਯੈਸ ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਦੁਬਾਰਾ ਜਦੋਂ ਇੱਕ ਗੱਲ ਦੁਹਰਾਈ ਜਾਈਏ ਯੂ ਗੈਟ ਫਟੀਗ, ਜਿਸ ਤਰ੍ਹਾਂ ਉਹ ਗੱਲ ਤੋਂ ਤੁਸੀਂ ਯੂਜ਼ ਟੂ ਹੋ ਜਾਂਦੇ ਆ ਜੀ। ਬਟ ਇਹਨੂੰ ਅਗਰ ਅਸੀਂ ਵਾਕਈ ਪਰਸਪੈਕਟਿਵ ਦੇ ਨਾਲ ਦੇਖੀਏ ਵੀ ਐਟਲੀਸਟ ਇਹਨੂੰ ਆਪਣਾ ਕੰਪੈਰੇਟਿਵ ਐਨਾਲਿਸਿਸ ਕਰੀਏ ਵੀ ਪਹਿਲਾਂ ਕਿੰਨੀਆਂ ਮੌਤਾਂ ਹੋਈਆਂ ਨੇ ਤੇ ਹੁਣ ਕਿੰਨੀਆਂ ਮੌਤਾਂ। ਸੋ ਇਟ ਇਜ਼ ਅ ਹਿਊਜ ਇਸ਼ੂ, ਬਹੁਤ ਵੱਡੀ ਇਸ਼ੂ ਹੈ ਇਹ। ਤੇ ਔਰ ਇਹ ਇਸ਼ੂ ਹਜੇ ਟਲੀ ਨਹੀਂ ਹੈ। ਇਹ ਬਹੁਤ ਹੀ ਸੀਰੀਅਸ ਜਿਹੜੀ ਇਸ਼ੂ ਹੈ। ਅਸੀਂ ਜਿਸ ਤਰ੍ਹਾਂ ਉਹਦੇ ਹਜੇ ਵਿੱਚ ਉਹਦੇ ਘੇਰੇ ਦੇ ਵਿੱਚ ਹਾਂ ਔਰ ਬਹੁਤ ਸਾਨੂੰ ਅਵੇਅਰਨੈਸ ਦੀ ਲੋੜ ਹੈ ਔਰ ਬਹੁਤ ਸਾਨੂੰ ਇੱਕ ਤਰ੍ਹਾਂ ਦਾ ਬਹੁਤ ਜਿਸ ਤਰ੍ਹਾਂ ਬਹੁਤ ਵਿਜੀਲੈਂਸ ਦੀ ਲੋੜ ਹੈ ਕਿ ਅਸੀਂ ਅੱਗੇ ਵੱਧ ਸਕੀਏ। ਅਗਰ ਅਸੀਂ ਸੋਚੀਏ ਕਿ ਲਾਈਕ ਹੁਣ ਮੇਰਾ ਆਪਣੇ ਐਕਸਪੀਰੀਅੰਸ ਤੋਂ ਜਿਹੜਾ ਕਰੋਨਾ ਵਾਇਰਸ ਜੋ ਇਸ਼ੂ ਚੱਲ ਰਹੀ ਹੈ, ਸੋ ਮੈਂ ਇੱਕ GP ਦੇ ਤੌਰ 'ਤੇ ਕੰਮ ਕਰਦਾ ਹਾਂ। ਵਾਲਸਲ ਦੇ ਵਿੱਚ ਮੇਰੀ ਪ੍ਰੈਕਟਿਸ ਹੈ ਔਰ ਕਾਫੀ ਲੋਕ ਜਿਹੜੇ ਨੇ ਸਾਨੂੰ ਡੇਲੀ ਜਿਹੜੇ ਨੇ ਸਾਡੇ ਕੰਟੈਕਟ 'ਚ ਆਉਂਦੇ ਨੇ ਜੀ। ਆਮ ਜਨਰਲ ਪ੍ਰੈਕਟਿਸ ਦੇ ਵਿੱਚ ਜਦੋਂ ਸਾਡਾ ਕੋਈ ਮਰੀਜ਼ ਪੂਰਾ ਹੁੰਦਾ ਹੈ, ਅਕਾਲ ਚਲਾਣਾ ਉਹਦਾ ਹੁੰਦਾ ਹੈ, ਤੇ ਸਾਨੂੰ ਉਹਦੀ ਨੋਟੀਫਿਕੇਸ਼ਨ ਆਉਂਦੀ ਹੈ ਵੀ ਹਾਂਜੀ ਜੀ ਫਲਾਣਾ ਬੰਦਾ ਜਾਂ ਲੇਡੀ ਜਿਹੜੀ ਹੈ ਉਹ ਪੂਰੀ ਹੋ ਗਈ ਹੈ ਜੀ।
ਪਿਛਲੇ 6 ਤੋਂ 8 ਮਹੀਨਿਆਂ ਦੇ ਵਿੱਚ ਸਾਨੂੰ ਇੰਨੀਆਂ ਜ਼ਿਆਦਾ ਨੋਟੀਫਿਕੇਸ਼ਨਸ ਆ ਰਹੀਆਂ ਨੇ ਔਰ ਉਹਨਾਂ ਲੋਕਾਂ ਵਾਸਤੇ ਜੋ ਕਿ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਵੀ ਇਹਨਾਂ ਦੀ ਇੰਨੀ ਜਲਦੀ ਮੌਤ ਹੋਏਗੀ। ਮੇਰੀ ਇੱਕ ਮਰੀਜ਼ ਉਹ ਵਿਚਾਰੀ 36 ਸਾਲਾਂ ਦੀ ਲੇਡੀ ਸੀਗੀ, ਉਹਦੇ 2 ਛੋਟੇ ਛੋਟੇ ਬੱਚੇ ਨੇ, ਕੋਈ ਉਹਨੂੰ ਮੈਡੀਕਲ ਪ੍ਰੋਬਲਮ ਨਹੀਂ ਹੈ। ਕਰੋਨਾ ਵਾਇਰਸ ਹੋਇਆ, ਹਸਪੀਟਲ ਪਹੁੰਚੀ, ਉਹਨੂੰ ਉਹਦੇ ਨਾਲ ਜਿਹੜੀ ਕਰੋਨਾ ਵਾਇਰਸ ਦੇ ਨਾਲ ਉਹਨੂੰ ਵੈਂਟੀਲੇਸ਼ਨ ਵਗੈਰਾ 'ਤੇ ਪਾਇਆ ਗਿਆ ਐਂਡ ਵਿਦਿਨ 2-3 ਦਿਨ ਉਹ ਵਿਚਾਰੇ ਪੂਰੇ ਹੋ ਗਏ। ਔਰ ਬੜੀ ਦੁਖਦਾਇਕ ਇਹ ਗੱਲ ਹੈ ਕਿ ਉਹ ਵਿਚਾਰੇ ਬੱਚੇ ਜਿਹੜੇ ਸੀ ਆਪਣੀ ਮਾਂ ਨੂੰ ਦੇਖ ਵੀ ਨਹੀਂ ਪਾਏ। ਉਹ ITU ਦੇ ਵਿੱਚ ਬੈਠੀ ਹੈ, ਵੈਂਟੀਲੇਸ਼ਨ ਉਹਦੀ ਹੋ ਰਹੀ ਹੈ ਔਰ ਜਿਹੜੀ ਫੈਮਿਲੀ ਹੈ ਉਹਨਾਂ ਨੂੰ ਇਜਾਜ਼ਤ ਵੀ ਨਹੀਂ ਹੈ ਕਿ ਉਹ ITU ਦੇ ਵਿੱਚ ਆ ਕੇ ਇੱਕ ਵਾਰੀ ਅਖੀਰਲੀ ਵਾਰੀ ਦੇਖ ਲੈਣ ਜੀ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ, ਬਹੁਤ ਦੁਖਦਾਇਕ ਕੇਸਿਸ ਜਿਹੜੇ ਨੇ ਸਾਡੇ ਕੋਲ ਆ ਰਹੇ ਨੇ ਤੇ ਬਹੁਤ ਜ਼ਿਆਦਾ ਸੀਰੀਅਸਲੀ ਇਸ ਚੀਜ਼ ਨੂੰ ਲੈਣ ਦੀ ਲੋੜ ਹੈ। ਰਣਜੀਤ ਕੌਰ ਜੀ, ਆਪ ਜੀ ਵੀ ਡਾਕਟਰ ਸਾਹਿਬ ਨੇ ਥੋੜੀ ਜਿਹੀ ਸਾਂਝ ਪਾਈ, ਕਿਉਂਕਿ ਸਾਰਿਆਂ ਨੂੰ ਮੈਂ ਕਹਿੰਦਾ ਵੀ ਕੋਈ ਐਸਾ ਵੀ ਨਹੀਂ ਹੋਵੇਗਾ ਜਿਸ ਪਰਿਵਾਰ ਜਿਸ ਨੂੰ ਇਸ ਦਾ ਸੇਕ ਨਹੀਂ ਲੱਗਿਆ ਹੋਵੇਗਾ। ਆਪ ਜੀ ਕੀ ਕਹਿਣਾ ਚਾਹੋਗੇ? ਸੋ ਸਭ ਤੋਂ ਪਹਿਲਾਂ ਮੈਂ ਸੰਗਤ TV ਦੇ ਮਾਧਿਅਮ ਦੇ ਰਾਹੀਂ ਸੰਗਤ ਟੈਲੀਵਿਜ਼ਨ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਮੌਕਾ ਦਿੱਤਾ ਇਸ ਦੁੱਖ ਘੜੀ ਵਿੱਚ, ਕਿਉਂਕਿ ਜੰਗਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ। ਕੋਈ ਜੰਗ ਦੇ ਮੈਦਾਨ ਵਿੱਚ ਗੋਲੇ ਬਾਰੂਦ ਨਾਲ, ਤੇ ਕਈ ਵਾਰੀ ਸੁਣਦੇ ਸਾਂ ਕਲਮ ਦੀ ਜੰਗ ਵੀ ਹੁੰਦੀ ਹੈ। ਤੇ ਅੱਜ ਇਹ ਜਿਹੜੀ ਜੰਗ ਛਿੜ ਗਈ ਹੈ ਸਰਬੱਤ ਯੂਨੀਵਰਸ ਵਿੱਚ, ਧਰਤੀ ਵਿੱਚ, ਦੁਨੀਆ ਕਾਇਨਾਤ ਦੇ ਵਿੱਚ, ਜਿਹੜੀ ਕਿ ਇੱਕ ਮਹਾਮਾਰੀ, ਇਹ ਮਹਾਮਾਰੀ ਜਿਹੜੀ ਹੈ ਕਿ ਇਹਨੂੰ ਸੀਰੀਅਸ, ਜਿੰਨਾ ਆਪਾਂ ਨੂੰ ਸੀਰੀਅਸ ਲਵਾਂਗੇ ਉਨੀ ਛੇਤੀ ਅਸੀਂ ਇਸ ਤੋਂ ਬਹਾਲ ਹੋਵਾਂਗੇ, ਉਨੀ ਛੇਤੀ ਅਸੀਂ, ਕਿਉਂਕਿ ਜਦੋਂ ਕਿਸੇ ਦੇ ਘਰ ਦਾ ਕੋਈ ਪੂਰਾ ਹੋ ਜਾਂਦਾ ਜਾਂ ਦੁਨੀਆ ਤੋਂ ਚਲਾ ਜਾਂਦਾ ਹੈ, ਜੋ ਉਹਨਾਂ ਨੂੰ ਮੌਕਾ ਵੀ ਨਹੀਂ ਮਿਲਦਾ ਉਹਨਾਂ ਦੇ ਦਰਸ਼ਨ ਕਰਨ ਵਾਸਤੇ, ਉਹ ਸਾਰੀ ਉਮਰ ਇੱਕ ਅੰਦਰ ਹੀ ਦਰਦ ਬਣਿਆ ਰਹਿ ਜਾਂਦਾ ਹੈ। ਕਿਉਂਕਿ ਸਾਡੇ ਆਪਣੇ ਘਰ ਦੇ ਗਏ ਨੇ ਜਦੋਂ ਕੋਵਿਡ ਜਦੋਂ ਸ਼ੁਰੂ ਹੀ ਹੋਇਆ ਸੀਗਾ, ਕਿਉਂਕਿ ਫਿਰ ਉਸ ਟਾਈਮ ਸਾਰੀ ਉਮਰ ਅਸੀਂ ਰਹਿੰਦੀ ਕਿ ਕਾਸ਼ ਇੱਕ ਆਖਰੀ ਦਰਸ਼ਨ ਤਾਂ ਉਹਨਾਂ ਦੇ ਮਿਲ ਜਾਂਦੇ। ਕਿਉਂਕਿ ਕਈ ਵਾਰੀ ਅਸੀਂ ਉਹਨਾਂ ਚੀਜ਼ਾਂ ਨੂੰ, ਛੋਟੀਆਂ ਛੋਟੀਆਂ ਗੱਲਾਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ, ਨੈਗਲੈਕਟ ਕਰ ਦਿੰਦੇ ਹਾਂ। ਅਸੀਂ ਸੋਚਦੇ ਹਾਂ ਕਿ ਕੋਵਿਡ ਹੈ ਨਹੀਂ ਹੈ, ਇੱਕ ਡਰਾਮਾ, ਇੱਕ ਫੇਕ ਹੈ, ਇੱਕ ਸਸਪੈਕਸ਼ਨ ਪਾਇਆ ਜਾ ਰਿਹਾ ਜਾਂ ਕੁਛ ਵੀ ਸੋਚਦੇ ਹਾਂ, ਪਰ ਨਹੀਂ, ਇਹਨੂੰ ਜਿੰਨਾ ਆਪਾਂ ਸੀਰੀਅਸ ਲਵਾਂਗੇ ਉਹਨਾਂ ਇਹ ਕੱਟੇਗਾ। ਬਿਮਾਰੀ ਬਹੁਤ ਭਿਆਨਕ ਹੈ, ਅਛੂਤ ਹੈ। ਇਹੋ ਜਿਹੀ ਬਿਮਾਰੀਆਂ ਹਰ ਕਹਿੰਦੇ 200 ਸਾਲ ਪਹਿਲਾਂ, ਹਰ 100 ਸਾਲ ਪਹਿਲਾਂ ਜਾਂ 200 ਸਾਲ ਪਹਿਲਾਂ ਵੀ ਇਸ ਤਰ੍ਹਾਂ ਦੀ ਕਈ ਬਿਮਾਰੀਆਂ ਆਈਆਂ ਨੇ, ਪਰ ਉਹਦੇ ਵਿੱਚ ਦਵਾਈ ਹੀ ਇੱਕ ਐਸੀ ਹੁੰਦੀ ਹੈ ਜੋ ਕਿ ਇਸ ਬਿਮਾਰੀਆਂ ਨੂੰ ਸਾਨੂੰ ਰਾਹਤ ਕਰ ਸਕਦੀ ਹੈ। ਜਿੱਥੇ ਸਾਡੀ ਸੰਗਤ ਸੁਣ ਰਹੀ ਹੈ, ਆਵਾਜ਼ ਜਾ ਰਹੀ ਹੈ, ਪਹੁੰਚ ਰਹੀ ਹੈ, ਕਿਉਂਕਿ ਕਹਿੰਦੇ ਨੇ ਗੁਰਬਾਣੀ 'ਚ ਇੱਕ ਪੰਕਤੀ, ਜਿਸ ਤਨ ਲਾਗੇ ਸੋਈ ਤਨ ਜਾਣੇ, ਕੌਣ ਜਾਣੇ ਪੀਰ ਪਰਾਈ। ਜਿਸ ਤਨ ਦੇ ਉੱਪਰ ਇਹੋ ਜਿਹੀਆਂ ਕਰੋਨਾ ਆਉਂਦਾ ਹੈ ਜਾਂ ਇਹ ਬਿਮਾਰੀਆਂ, ਵਾਇਰਸ ਆਉਂਦੀਆਂ ਨੇ, ਉਹੀ ਇਨਸਾਨ ਇਸ ਤਾਈਂ ਬਿਆਨ ਕਰ ਸਕਦੇ। ਕਈ ਵਾਰੀ ਉੱਥੇ ਬਿਆਨ ਕਰਨ ਵਾਸਤੇ ਨਾ ਅਲਫਾਜ਼ ਲੱਭਣੇ ਪੈਂਦੇ ਨੇ ਕਿ ਮੈਂ ਇਸ ਨੂੰ ਕਿਸ ਤਰੀਕੇ ਨਾਲ ਮਤਲਬ ਕਿ ਦੱਸਾਂ, ਇਹਦੇ ਕਿਹੜੇ ਪੱਖ ਨੇ। ਇਹਦੇ ਇੱਕ ਪੱਖ ਨਹੀਂ ਹੈ ਟੇਸਟਲੈਸ, ਜੇ ਸਮੈਲ ਨਹੀਂ ਲੱਗਣੀ ਹੈ, ਲੱਤਾਂ ਬਾਹਾਂ 'ਚ ਦਰਦ ਹੋਣੀਆਂ, ਕਹਿੰਦੇ ਨੇ ਅਨੇਕਾਂ ਗੁਣਾਂ ਵਾਲਾ ਹੈ। ਇਹ ਹਰ ਪਾਸੇ ਦੇ ਕੋਈ ਨਾ ਕੋਈ ਜੜ, ਜਿੱਦਾਂ ਇਹ ਕਰੋਨ ਬਣਿਆ ਹੋਇਆ ਨਾ, ਜਿਵੇਂ ਆਪ ਜੀ ਫੋਟੋ ਵਿੱਚ ਕਰੋਨ ਨੂੰ ਵੇਖਦੇ ਹੋ, ਇਹ ਉਸੇ ਤਰੀਕੇ ਦੇ ਨਾਲ ਇਹਦੇ ਲਗਭਗ ਬਹੁਤ ਸਾਰੀਆਂ ਜੜਾਂ ਨੇ, ਬਹੁਤ ਸਾਰੇ ਤਰੀਕੇ ਨਾਲ ਫੈਲਿਆ ਹੋਇਆ। ਇਹਦਾ ਕੋਈ ਇੱਕ ਰੂਪ ਨਹੀਂ, ਕੋਈ ਇੱਕ ਰੰਗ ਨਹੀਂ ਹੈ, ਬਹੁਤ ਹੈ। ਸੋ ਜਿਵੇਂ ਸਾਡੇ ਡਾਕਟਰ ਸਾਹਿਬਾਨ, NHS, ਗੌਰਮੈਂਟ ਤੁਹਾਨੂੰ ਗਾਈਡਲਾਈਨਸ ਦਿੰਦੀ ਹੈ, ਤੁਸੀਂ ਉਸ ਤਰ੍ਹਾਂ ਕਰੋ। ਕਿਉਂਕਿ ਕਈ ਵਾਰੀ ਕਹਿੰਦੇ ਨੇ ਕਿ ਹੈ ਹੀ ਨਹੀਂ ਹੈ, ਸਾਨੂੰ ਇਹਦੇ ਵਾਸਤੇ ਸੀਰੀਅਸ ਹੋਣਾ ਪਏਗਾ। ਜੇ ਇੱਕ ਫੈਮਿਲੀ ਮੈਂਬਰ ਨੂੰ ਲੱਗ ਲਓ ਕੋਵਿਡ ਹੋ ਗਿਆ, 19 ਹੋਇਆ ਉਹਨੂੰ, ਅਸੀਂ ਜੀ ਉਹਨੂੰ ਸੈਲਫ ਆਈਸੋਲੇਟ ਨਹੀਂ ਕਰਾਂਗੇ, ਅਸੀਂ ਇਹਨੂੰ ਧਿਆਨ ਨਹੀਂ ਰੱਖਾਂਗੇ, ਬਾਹਰ ਜਾਵਾਂਗੇ, ਸ਼ਾਪਿੰਗ ਜਾਵਾਂਗੇ, ਸ਼ਾਪ 'ਤੇ ਜਾ ਕੇ ਮੈਂ ਹੋਰ ਕਸਟਮਰ ਡੀਲ ਕਰਨੇ ਹੁੰਦੇ ਨੇ, ਦਿਨ ਵਿੱਚ ਤੁਸੀਂ ਸੋਚੋ ਕਿ ਕਿੰਨੇ ਲੋਕਾਂ ਨੂੰ ਅਸੀਂ ਇਹ ਸਪਰੈਡ ਕਰ ਦੇਵਾਂਗੇ। ਮੈਂ ਬਿਲੀਵ ਨਹੀਂ ਕਰਦੀ, ਬਟ ਜਿਹੜੇ ਤੁਹਾਡੇ ਨੇੜੇ ਤੇੜੇ ਆਉਣਗੇ ਉਹਨਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ, ਉਹ ਮੇਰੇ ਵਾਂਗੂ ਬਲਵਾਨ ਨਹੀਂ ਹੁੰਦੇ ਨੇ, ਉਹਨਾਂ ਦੀ ਸੋਚ ਡਿਫਰੈਂਟ ਹੁੰਦੀ ਹੈ, ਪਰ ਜੀ ਉਹਨਾਂ ਨੂੰ ਕੋਵਿਡ ਲੱਗ ਗਿਆ, ਉਹਦਾ ਨੁਕਸਾਨ ਫਿਰ ਸਾਡੀ ਕੌਮ ਭਰਦੀ ਹੈ। ਜੇ ਹਰ ਪਾਸੇ ਨਜ਼ਰ ਮਾਰ ਕੇ ਅਸੀਂ ਦੇਖੀਏ, ਹਰ ਇੱਕ ਕੌਮ ਵਿੱਚੋਂ, ਹਰ ਇੱਕ ਕਮਿਊਨਿਟੀ ਵਿੱਚੋਂ
ਪੂਰੇ ਹੋਲ ਵਰਲਡ ਦੇ ਵਿੱਚ ਕਿੰਨੀ ਕੁ ਡੈਥ ਹੋ ਚੁੱਕੀਆਂ ਨੇ। ਸੋ ਥੋੜ੍ਹਾ ਜਿਹਾ ਇਹਦੇ ਉੱਪਰ ਧਿਆਨ ਦਿੱਤਾ ਜਾਵੇ, ਇਸ ਚੀਜ਼ ਨੂੰ ਸੀਰੀਅਸ ਲਿੱਤਾ ਜਾਵੇ, ਕਿਉਂਕਿ ਕੋਵਿਡ ਸਿਰਫ ਇੱਕ ਮੌਤ ਨਹੀਂ ਦੇ ਰਿਹਾ, ਕੋਵਿਡ ਦੇ ਨਾਲ ਹੋਰ ਕਈ ਨੁਕਸਾਨ ਹੋ ਰਹੇ ਨੇ। ਸਾਡੇ ਬਜ਼ੁਰਗ ਘਰ ਬੈਠੇ, ਉਹਨਾਂ ਨੂੰ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਆ ਰਹੀਆਂ ਨੇ, ਡਿਸਆਰਡਰਸ ਹੋ ਰਹੇ ਨੇ, ਐਂਜ਼ਾਇਟੀ ਹੋ ਰਹੀ ਉਹਨਾਂ ਨੂੰ, ਹੋਰ ਕਿਹੜੇ ਕਿਹੜੇ ਗੁਣ ਨੇ। ਉਹ ਇਕੱਲੇ ਰਹਿ ਕੇ ਥੱਕ ਗਏ ਨੇ। ਕਹਿੰਦੇ ਨੇ ਜੀ ਕੋਵਿਡ ਨਾਲ ਨਹੀਂ ਮਰੇ ਭਾਈ ਸਾਹਿਬ ਜੀ, ਕਹਿੰਦੇ ਨੇ ਸ਼ਾਇਦ ਅਸੀਂ ਇਕੱਲੇ ਘਰੇ ਮਰ ਜਾਵਾਂਗੇ, ਸਾਨੂੰ ਕੋਈ ਪੁੱਛਣੇ ਵਾਲਾ ਵੀ ਨਹੀਂ ਹੋਏਗਾ। ਪਤਾ ਨਹੀਂ, ਕਹਿੰਦੇ ਨੇ ਇਹੋ ਜਿਹੀ ਸੋਚ ਉਹਨਾਂ ਨੇ ਕ੍ਰੀਏਟ ਕੀਤੀ ਕਿ ਸਾਡੀਆਂ ਲਾਸ਼ਾਂ ਵੀ ਪਤਾ ਨਹੀਂ ਕਈ ਦਿਨ ਸੜ ਜਾਣਗੀਆਂ, ਕੋਈ ਸਾਨੂੰ ਫੋਨ ਕਰਕੇ ਵੀ ਨਹੀਂ ਪੁੱਛੇਗਾ। ਸੋ ਇਹ ਸਾਰਾ ਕੁਝ ਤੁਹਾਡੇ ਹੱਥਾਂ ਵਿੱਚ ਹੈ ਕਿ ਅਸੀਂ ਇਸ ਨੂੰ ਕਿਵੇਂ ਸੀਰੀਅਸ ਲੈਣਾ ਹੈ, ਤੇ ਇੱਥੋਂ ਆਪਣੀ ਪੂਰੇ ਸੰਸਾਰ ਨੂੰ ਮੁੜ ਕੇ ਬਹਾਲ ਕਰਨ ਵਾਸਤੇ ਅਸੀਂ ਕਿੰਨਾ ਕੁ ਯੋਗਦਾਨ ਪਾ ਸਕਦੇ ਹਾਂ, ਕਿੰਨਾ ਕੁ ਸੀਰੀਅਸ ਹੋ ਸਕਦੇ ਹਾਂ ਜੀ। ਸੋ ਬਿਲਕੁਲ ਜੀ, ਇਸ ਲੜਾਈ ਦੇ ਵਿੱਚ ਜਿੱਥੇ ਸਾਰਾ ਸੰਸਾਰ ਦੇ ਸਾਇੰਟਿਸਟ ਨੇ ਇਕੱਠੇ ਹੋ ਕੇ ਤੇ ਵੈਕਸੀਨੇਸ਼ਨ ਦੀ ਲਾਂਚ ਹਰ ਕੋਈ ਦੇਸ਼ ਕਰ ਰਿਹਾ ਹੈ, ਬੜੇ ਜ਼ੋਰ ਨਾਲ ਸਾਰੇ ਮੁਲਕ ਲੱਗੇ ਹੋਏ ਨੇ। ਯੂਕੇ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਿ ਬਹੁਤ ਜ਼ੋਰ ਲੱਗਾ ਹੈ ਗਵਰਨਮੈਂਟ ਦਾ ਕਿ ਵੈਕਸੀਨੇਸ਼ਨ ਬਹੁਤ ਰੈਪਿਡ ਪੇਸ ਤੇ ਲੱਗ ਰਹੀ ਹੈ। ਉਹਦੇ ਬਾਰੇ ਵੀ ਆਪਣੀ ਕਮਿਊਨਿਟੀ ਵਿੱਚ ਆਪਾਂ ਦੇਖਦੇ ਹਾਂ ਕਈ ਵਾਰੀ ਇੱਕ ਗਲਤ ਵਿਚਾਰ ਆ ਜਾਂਦਾ ਹੈ ਕਿ ਮੈਂ ਨਹੀਂ ਲਵਾਉਣਾ, ਮੈਨੂੰ ਲੋੜ ਨਹੀਂ, ਗਲਤ ਹੈ। ਆਪ ਜੀ ਥੋੜਾ ਜਿਹਾ ਡਾਕਟਰ ਸਾਹਿਬ ਇਹਦੇ ਬਾਰੇ ਵੀ ਤੁਸੀਂ ਆਪਣੀ ਸਾਂਝ ਪਾਓ ਕਿ ਸਾਨੂੰ ਜ਼ਰੂਰ ਲੈਣਾ ਚਾਹੀਦਾ, ਇਹ ਸਾਡੇ ਭਲੇ ਵਾਸਤੇ ਜੀ। ਸੋ ਆਈ ਥਿੰਕ ਜਦੋਂ ਵੀ ਕੋਈ ਵੀ ਦਵਾਈ ਜਿਹੜੀ ਹੈ ਸਾਡੇ ਸਾਹਮਣੇ ਆਉਂਦੀ ਹੈ, ਉਹਨੂੰ ਉਹਦੇ ਤੇ ਕਿੰਤੂ ਪਰੰਤੂ ਕਰਨਾ ਬਿਲਕੁਲ ਜਾਇਜ਼ ਹੈ। ਇਹ ਸਾਡਾ ਵੀ ਕੰਮ ਹੈ ਐਜ਼ ਡਾਕਟਰਸ ਕਿ ਅਸੀਂ ਸਿਰਫ ਫੇਸ ਵੈਲਿਊ ਤੇ ਉਹ ਜਿਹੜੀ ਦਵਾਈ ਹੈ ਉਹਨੂੰ ਨਹੀਂ ਲੈਂਦੇ, ਉਹਨੂੰ ਪੂਰੀ ਤਰ੍ਹਾਂ ਆਪਾਂ ਉਹਦੀ ਘੋਖ ਕਰਕੇ ਉਹਦੀ ਰਿਸਰਚ ਕਰਕੇ ਫਿਰ ਹੀ ਉਹਨੂੰ ਯੂਜ਼ ਕਰਨਾ ਸ਼ੁਰੂ ਕਰਦੇ ਹਾਂ ਜੀ। ਤੇ ਜਿਹੜੀ ਵੈਕਸੀਨ ਹੈ ਠੀਕ ਹੈ, ਇਸ 'ਤੇ ਕੁਐਸਚਨਸ ਕਰਨੇ ਬਿਲਕੁਲ ਜਾਇਜ਼ ਨੇ, ਬਟ ਜਦੋਂ ਵੀ ਮੇਰੀ ਇਹ ਗੱਲ ਮੇਰੇ ਮਰੀਜ਼ਾਂ ਨਾਲ ਹੁੰਦੀ ਹੈ ਉਦੋਂ ਮੇਰੀ ਉਹਨਾਂ ਨਾਲ ਇਹ ਬਸ ਦਰਖਾਸਤ ਹੁੰਦੀ ਹੈ ਕਿ ਜਿਹੜਾ ਉਹਨਾਂ ਦੇ ਆਨਸਰਸ ਨੇ, ਜਿਹੜੇ ਉਹਨਾਂ ਨੇ ਰਿਸਰਚ ਕਰਨਾ ਹੈ, ਉਹ ਸਹੀ ਜਗ੍ਹਾ ਤੋਂ ਕਰਨ ਜੀ। ਸੋ ਹੁਣ ਜੇ ਮੈਂ ਆਪਣੀ ਗੱਡੀ ਫਿਕਸ ਕਰਨੀ ਹੈ, ਮੈਂ ਆਪਣੇ ਡਾਕਟਰ ਕੋਲੋਂ ਨਹੀਂ ਪੁੱਛੂੰਗਾ ਵੀ ਮੇਰੀ ਗੱਡੀ ਠੀਕ ਕਰਨ ਵਾਲੀ ਹੈ ਤੇ ਇਹਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਏ ਜੀ। ਇਸੇ ਤਰ੍ਹਾਂ ਹੀ ਮੈਂ ਆਪਣੇ ਕੋਈ ਕੁਆਲੀਫਾਈਡ ਬੰਦਾ ਹੋਏਗਾ ਜਿਹਨੂੰ ਜਿਹਨੇ ਉਸ ਚੀਜ਼ ਦੇ ਵਿੱਚ ਸਟੱਡੀ ਕੀਤੀ ਹੋਈ ਹੈ, ਜਿਹਦੀਆਂ ਕੁਆਲੀਫਿਕੇਸ਼ਨਸ ਨੇ, ਅਸੀਂ ਉਹਨਾਂ ਨੂੰ ਪੁੱਛੀਏ ਜਾਂ ਉਹਨਾਂ ਸੋਰਸਿਸ ਤੋਂ ਰਿਸਰਚ ਕਰੀਏ ਜੋ ਕਿ ਵੈਰੀਫਾਈਡ ਨੇ ਵੀ ਇਹ ਠੀਕ ਇਨਫੋਰਮੇਸ਼ਨ ਦੇ ਰਹੀਆਂ ਨੇ। ਤੋ ਦੂਸਰੀ ਗੱਲ ਇਹ ਹੈ ਕਿ ਵੈਕਸੀਨ ਨੂੰ ਲੈ ਕੇ ਤੁਸੀਂ ਬਿਲਕੁਲ ਸਹੀ ਕਿਹਾ ਜੀ ਕਿ ਬਹੁਤ ਸਾਰੀਆਂ ਅਫਵਾਹਾਂ, ਗਲਤੀ ਅਫਵਾਹਾਂ ਜਿਹੜੀਆਂ ਨੇ ਸਾਡੀ ਕਮਿਊਨਿਟੀ 'ਚ ਫੈਲੀਆਂ ਨੇ। ਜਿਸ ਤਰ੍ਹਾਂ ਕਿ ਚਰਨਜੀਤ ਭੈਣ ਜੀ ਦੱਸ ਰਹੇ ਸੀਗੇ ਕਿ ਮੈਂਟਲ ਹੈਲਥ ਇਸ਼ੂਜ਼ ਜਿਹੜੀਆਂ ਬਹੁਤ ਸਾਰੀਆਂ ਇਸ ਮਹਾਮਾਰੀ ਦੇ ਦੌਰਾਨ ਆਈਆਂ, ਬਟ ਇਹਦੇ ਵਿੱਚ ਜਿਹੜੀ ਸੋਸ਼ਲ ਮੀਡੀਆ ਹੈ ਇਹ ਵੀ ਫਿਰ ਕਾਫੀ ਪ੍ਰਚਲਿਤ ਹੋਈ ਕਿਉਂਕਿ ਲੋਕੀ ਘਰ ਬੈਠੇ ਨੇ, ਦੇਵ ਗॉट, ਉਹਨਾਂ ਕੋਲ WhatsApp ਹੈਗਾ, Facebook ਹੈਗਾ, ਐਂਡ ਠੀਕ ਹੈ ਕੁਛ ਉਹਦੇ ਚੰਗੇ ਗੁਣ ਵੀ ਨੇ ਤੇ ਕੁਛ ਔਗੁਣ ਵੀ। ਬਿਲਕੁਲ ਜੀ, ਬਿਲਕੁਲ। ਅਨਫੋਰਚੂਨੇਟਲੀ ਉਹ ਇਨਫੋਰਮੇਸ਼ਨ ਵੈਰੀਫਾਈ ਕਰਨ ਦਾ ਜਿਹੜਾ ਜ਼ਰੀਆ ਹੈ ਉਹ ਥੋੜ੍ਹਾ ਡਿਫਿਕਲਟ ਹੋ ਜਾਂਦਾ ਜਦੋਂ ਤੁਹਾਨੂੰ ਉਹ ਇਨਫੋਰਮੇਸ਼ਨ ਤੁਹਾਨੂੰ ਪਤਾ ਨਹੀਂ ਕਿੱਥੋਂ ਆ ਰਹੀ ਹੈ। ਜੀ ਜੀ। ਕੁਛ ਐਸੇ ਵੀ ਸ਼ਖਸ ਨੇ ਜੋ ਕਿ ਬਹੁਤ ਆਈ ਡੋਂਟ ਨੋ ਵਾਈ ਬਟ ਗਲਤ ਇਨਫੋਰਮੇਸ਼ਨ ਫੈਲਾ ਰਹੇ ਨੇ। ਬਿਲਕੁਲ ਜੀ, ਬਿਲਕੁਲ। ਔਰ ਇਹ ਜਿਹੜਾ ਅਗੇਨ ਮੈਂ ਧੰਨਵਾਦੀ ਹਾਂ ਕਿ ਸਾਨੂੰ ਮੌਕਾ ਤੁਸੀਂ ਦਿੱਤਾ ਕਿ ਅਸੀਂ ਆ ਕੇ ਇੱਥੇ ਤੇ ਬਹੁਤ ਸਪਸ਼ਟ ਕਰ ਸਕੀਏ ਸੰਗਤਾਂ ਨੂੰ ਕਿ ਜਿਹੜੀ ਕੋਵਿਡ ਵੈਕਸੀਨੇਸ਼ਨ ਐਟਲੀਸਟ ਜਿਹੜੀ ਯੂਕੇ ਦੇ ਵਿੱਚ ਲੱਗ ਰਹੀ ਹੈ, ਐਸਟਰਾਜ਼ੈਨੇਕਾ ਦੀ ਹੋ ਗਈ, ਫਾਈਜ਼ਰ ਦੀ, ਹੁਣ ਮੋਡਰਨਾ ਦੀ ਵੀ ਸ਼ੁਰੂ ਹੋਣ ਵਾਲੀ ਹੈ, ਇਹ ਪੂਰੀ ਤਰ੍ਹਾਂ ਰਿਸਰਚਡ ਨੇ। ਹੁਣ ਲਗਭਗ ਓਵਰ ਇਨ ਦੇ ਮਿਲੀਅਨਸ ਲੱਖਾਂ ਲੋਕਾਂ ਨੂੰ ਲੱਗੀ ਹੋਈ ਹੈ ਤੇ ਮੈਂ ਖੁਦ ਲਵਾਈ ਹੋਈ ਹੈ। ਕ੍ਰਿਸਮਸ ਤੋਂ ਪਹਿਲਾਂ ਮੈਨੂੰ ਲੱਗੀ ਸੀ, ਮੇਰੇ ਪੇਰੈਂਟਸ ਨੇ, ਮੇਰੇ ਬਜ਼ੁਰਗ ਪੇਰੈਂਟਸ ਨੇ, ਉਹਨਾਂ ਨੂੰ ਲੱਗੀ ਹੋਈ ਹੈ ਤੇ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੈ। ਸਾਡੇ ਘਰ ਦੇ ਵਿੱਚ ਅਸੀਂ ਲੋਕ ਅੰਮ੍ਰਿਤਧਾਰੀ ਲੋਕ ਹਾਂ, ਇਹ ਨਹੀਂ ਪੀ ਵਿੱਚ ਕੁਛ ਮੀਟ ਜਾਂ ਸ਼ਰਾਬ ਵਗੈਰਾ ਹੈਗੀ ਉਹਦੇ ਵਿੱਚ। ਸੋ ਇਹ ਬਿਲਕੁਲ ਫਰੋਮ ਦੈਟ ਪੁਆਇੰਟ ਆਫ ਵਿਊ ਉਸ ਪੱਖ ਤੋਂ ਵੀ ਬਿਲਕੁਲ ਠੀਕ ਹੈ। ਕੁਛ ਸਾਈਡ ਇਫੈਕਟਸ ਇਸ ਵੈਕਸੀਨ ਦੇ ਹੁੰਦੇ ਨੇ ਬਟ ਹਰ ਦਵਾਈ ਦੇ ਹੁੰਦੇ ਨੇ। ਬਿਲਕੁਲ ਜੀ।
ਸੋ ਅਸੀਂ ਪੈਰਾਸੀਟਾਮੋਲ ਵੀ ਜੇ ਬਹੁਤ ਜ਼ਿਆਦਾ ਲੈ ਲਈਏ ਵੀ ਵਿਲ ਬੀ ਹਸਪੀਟਲਾਈਜ਼, ਸਾਨੂੰ ਹਸਪੀਟਲ ਜਾਣਾ ਪੈਣਾ ਹੈ, ਸਾਡੇ ਲਿਵਰ 'ਤੇ ਬਹੁਤ ਬੁਰਾ ਅਸਰ ਹੋ ਸਕਦਾ। ਸੋ ਜਿਹੜੀ ਕੋਵਿਡ ਵੈਕਸੀਨੇਸ਼ਨ ਹੈ ਜਦੋਂ ਅਸੀਂ ਦਿੰਦੇ ਵੀ ਹਾਂ ਅਸੀਂ ਪਹਿਲਾਂ ਅਸੈਸਮੈਂਟ ਕਰਕੇ ਦਿੰਦੇ ਹਾਂ ਵੀ ਇਹ ਬਿਲਕੁਲ ਠੀਕ ਹੈ ਇਸ ਬੰਦੇ ਵਾਸਤੇ ਕਿ ਨਹੀਂ। ਔਰ ਜੇ ਕੋਈ ਬਹੁਤ ਸਵੇਅਰ ਐਲਰਜਿਕ ਰਿਐਕਸ਼ਨ ਹੋਈ ਹੋਵੇ ਉਸ ਦੇ ਨਾਲ ਜਾਂ ਕੋਈ ਵੀ ਉਹ ਵੈਕਸੀਨ ਦਾ ਕੰਪੋਨੈਂਟ ਹੈ, ਉਹ ਸਾਡੀ ਜ਼ਿੰਮੇਵਾਰੀ ਹੈ ਐਜ਼ ਡਾਕਟਰਸ। ਜੇ ਉਸ ਮਰੀਜ਼ ਨੂੰ ਕੁਝ ਹੁੰਦਾ ਹੈ ਤੇ ਸਾਡੇ ਉੱਤੇ ਸਾਡੇ ਰੈਗੂਲੇਟਰ ਬੈਠੇ ਨੇ ਜਿਹੜਾ ਮੈਡੀਕਲ ਕਾਉਂਸਲ NHS ਵਾਲੇ, ਵੀ ਤੁਸੀਂ ਇਹ ਗਲਤ ਚੀਜ਼ ਹੋਣ ਕਿੱਦਾਂ ਦਿੱਤੀ। ਸੋ ਐਟਲੀਸਟ ਜਿੱਦਾਂ ਸਾਡੇ ਦੇਸ਼ ਦੇ ਵਿੱਚ ਜਿਹੜਾ ਇੱਥੇ UK ਦੇ ਵਿੱਚ ਵੈਕਸੀਨਸ ਆ ਸੇਫ, ਦੂਸਰੀਆਂ ਕੰਟਰੀਜ਼ ਦੇ ਵਿੱਚ ਹੁਣ ਹੌਲੀ ਹੌਲੀ ਰੈਗੂਲੇਟਰ ਜਿਹੜੇ ਨੇ ਇਸ ਵੈਕਸੀਨ ਨੂੰ ਅਪਰੂਵ ਕਰੀ ਜਾ ਰਹੇ ਨੇ। ਯੂਰਪ ਵਾਲਿਆਂ ਨੇ ਕਰਤਾ, ਅਮਰੀਕਾ ਤੋਂ ਪਹਿਲਾਂ ਹੀ ਸੀਗਾ ਐਂਡ ਹੁਣ ਇੰਡੀਆ ਦੇ ਵਿੱਚ ਵੀ ਵੈਕਸੀਨੇਸ਼ਨ ਸ਼ੁਰੂ ਹੋ ਰਹੀ ਹੈ। ਸਾਰੀਆਂ ਕੰਟਰੀਜ਼ ਲੱਗੀ ਨੇ। ਬਿਲਕੁਲ ਜੀ। ਚਰਨਜੀਤ ਕੌਰ ਭੈਣ ਜੀ, ਤੁਸੀਂ ਵੀ ਜਿਸ ਤਰ੍ਹਾਂ ਆਪਣੀ ਕਮਿਊਨਿਟੀ ਨੂੰ ਆਪ ਜੀ ਕੀ ਕਹਿਣਾ ਚਾਹੋਗੇ, ਕਿਉਂਕਿ ਮੇਰਾ ਖਿਆਲ ਕਈ ਗਲਤ ਅਫਵਾਹਾਂ ਦੇ ਸ਼ਿਕਾਰ ਹੁੰਦੇ ਨੇ। ਇੱਕ ਫਿਰ ਲੈਂਗੁਏਜ ਬੈਰੀਅਰ ਵੀ ਕਈਆਂ ਨੂੰ ਆ ਜਾਂਦਾ ਕਿ ਉਹ ਸੇਫ ਨਹੀਂ ਫੀਲ ਕਰਦੇ ਕਿ ਮੈਂ ਕਿੱਥੋਂ ਜਾ ਕੇ ਕਿੱਦਾਂ ਲਵਾਂ। ਆਪ ਜੀ ਕੀ ਇੱਥੇ ਗਾਈਡ ਕਰਨਾ ਚਾਹੋਗੇ ਕਿ ਕਿੱਦਾਂ ਕਰਨ ਜਿੱਦਾਂ ਕਰਨਾ ਚਾਹੁੰਦੇ ਨੇ? ਸੋ ਮੈਂ ਕਮਿਊਨਿਟੀ ਨੂੰ ਇਹ ਬੇਨਤੀ ਕਰਾਂਗੀ ਕਿ ਜਿਹੜੀਆਂ ਗਲਤ ਅਫਵਾਹਾਂ ਨੇ ਜਾਂ ਗਲਤ ਵੀਡੀਓ ਕਲਿੱਪਸ ਤੁਹਾਡੇ ਕੋਲ ਪਹੁੰਚਦੇ ਨੇ, ਇੱਕ ਅੱਧਾ ਸੁਣੋ, ਲੱਗੇ ਤੁਹਾਨੂੰ ਕਿ ਇਹਦੇ ਵਿੱਚ ਨੈਗੇਟਿਵਿਟੀ, ਇਹਨੂੰ ਜਸਟ ਅਵੋਇਡ ਕਰ ਦਿਓ, ਕਿਉਂਕਿ ਇਹ ਉਹਨਾਂ ਲੋਕਾਂ ਨੇ ਬਣਾਈਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਹਦੇ ਵਿੱਚ ਬੈਨੀਫਿਟ ਮਿਲਦਾ ਹੋਵੇਗਾ। ਧਿਆਨ ਨਾਲ ਥੋੜੀ ਗੱਲ ਸੁਣਿਓ, ਕਿਉਂਕਿ ਇਸ ਟਾਈਮ ਤੇ COVID-19 ਦੇ ਵਿੱਚ ਐਸੀਆਂ ਕੰਪਨੀਆਂ ਬਾਹਰ ਆ ਗਈਆਂ ਨੇ ਵਿਟਾਮਿਨਸ ਵੇਚਣ ਵਾਲੀਆਂ ਆਪਣੀਆਂ। ਸੋ ਉਹਨਾਂ ਨੂੰ ਇਹ ਲੱਗਦਾ ਕਿ ਜੇ ਸਾਡੀਆਂ ਵਿਟਾਮਿਨਸ ਤੁਸੀਂ ਖਾਓਗੇ ਤਾਂ ਤੁਸੀਂ ਹੈਲਥੀ ਰਹੋਗੇ, ਜੇ ਤੁਸੀਂ ਇੰਜੈਕਸ਼ਨ ਲਗਾਇਆ ਤਾਂ ਤੁਹਾਡੇ ਸੇ ਹਾਰਮ ਹੋਏਗਾ। ਪਰ ਤੁਸੀਂ ਸੋਚੋ, ਦੁਨੀਆ ਭਰ ਦੇ ਜਿੰਨੇ ਵੱਡੇ ਡਾਕਟਰ ਨੇ, ਪੜ੍ਹੇ ਲਿਖੇ ਸਾਇੰਟਿਸਟ ਨੇ, ਉਹਨਾਂ ਨੇ ਐਵੇਂ ਪੜ੍ਹਾਈਆਂ ਨਹੀਂ ਕੀਤੀਆਂ। ਅੱਜ ਕਹਿੰਦੇ ਨੇ ਉੱਪਰ ਜੇ ਰੱਬ ਜੀ ਹੈਗੇ ਨੇ ਨਾ, ਥੱਲੇ ਡਾਕਟਰ ਦਾ ਦਰਜਾ, ਉਹਨੂੰ ਰੱਬ ਦਾ ਦਰਜਾ ਦਿੱਤਾ ਹੋਇਆ ਹੈ। ਤੇ ਰੱਬ ਦੂਜਾ ਜਾਨ ਬਚਾਉਂਦਾ ਹੈ। ਸਤਿਗੁਰੂ ਪੈਦਾ ਕਰ ਦਿੰਦੇ ਅਕਾਲ ਪੁਰਖ, ਰੱਬ ਜਾਨ ਬਚਾਉਂਦਾ ਹੈ ਤੇ ਡਾਕਟਰ ਸਾਹਿਬ ਉਹਦੀ ਜਾਨ ਬਚਾਉਂਦੇ ਨੇ। ਸਾਡੇ ਸਿਸਟਮ ਡਾਕਟਰਾਂ ਦੇ ਹੱਥਾਂ ਵਿੱਚ ਸੇਫ ਹੈਂਡ ਵਿੱਚ ਆ। ਸੋ ਪਲੀਜ਼ ਤੁਸੀਂ ਅਫਵਾਹਾਂ ਤੋਂ ਬਚੋ। ਵਿਟਾਮਿਨਸ ਲਓ, ਤੁਸੀਂ ਆਪਣੀਆਂ ਵਿਟਾਮਿਨ D ਲੈਣੀਆਂ ਨੇ, C ਲੈਣੀਆਂ ਨੇ, ਲਓ। ਤੁਹਾਨੂੰ ਇਮਿਊਨ ਸਿਸਟਮ ਤੁਹਾਡਾ ਸਟਰੋਂਗ ਕਰੇਗਾ, ਤੁਹਾਨੂੰ ਮਤਲਬ ਤੁਹਾਡੀ ਹੱਡੀਆਂ ਵਾਸਤੇ ਗੁੱਡ ਹੋਏਗਾ, ਤੁਸੀਂ ਲੈ ਸਕਦੇ ਹੋ। ਕਿਉਂਕਿ ਕਹਿੰਦੇ ਨੇ ਜਦੋਂ 40 ਤੋਂ ਉੱਪਰ ਅਸੀਂ ਹੁੰਦੇ ਹਾਂ, ਸਾਡੀ ਬੋਡੀ ਉਸ ਤਰੀਕੇ ਨਾਲ ਜਵਾਨੀ ਵਰਗੀ ਕੰਮ ਨਹੀਂ ਕਰਦੀ ਹੈ, ਬੋਡੀ ਵੀਕ ਹੋ ਜਾਂਦੀ ਹੈ, ਉਹਨੂੰ ਤੁਹਾਨੂੰ ਸਟਰੋਂਗ ਕਰਨਾ ਪਏਗਾ। ਬਟ ਜਿੱਥੇ ਇੰਜੈਕਸ਼ਨ ਦੀ ਗੱਲ ਹੁੰਦੀ ਹੈ, ਜੇ ਤੁਹਾਨੂੰ ਸਹੀ ਰਾਹ ਨਹੀਂ ਮਿਲਦੀ ਪਈ, ਤੁਹਾਨੂੰ ਸਹੀ ਸਲਾਹ ਕਿਤੋਂ ਨਹੀਂ ਮਿਲਦੀ ਪਈ ਹੈ, ਤੁਸੀਂ ਚੰਗੀ, ਜਿਸ ਤਰ੍ਹਾਂ ਕਿ ਹੁਣ ਇੱਥੇ ਸੰਗਤ TV ਤੇ ਡਾਕਟਰ ਸਾਹਿਬ ਬੈਠੇ ਹੋਏ ਨੇ ਜਾਂ ਸਤਿਕਾਰਯੋਗ ਭਾਈ ਸਾਹਿਬ ਜੀ ਬੈਠੇ ਹੋ, ਤੁਸੀਂ ਇਹਨਾਂ ਦੇ ਨੂੰ ਫੋਨ ਕਰਕੇ ਤੇ ਕਿਸੇ ਕੋਲੋਂ ਵੀ ਪੁੱਛ ਸਕਦੇ ਹੋ ਕਿ ਅਸੀਂ ਮੈਡੀਸਿਨ ਬਾਰੇ ਜਾਣਨਾ ਚਾਹੁੰਦੇ ਹੋ। ਸਭ ਤੋਂ ਵੱਡਾ ਤੁਹਾਡਾ ਆਪਣਾ GP ਹੁੰਦਾ ਹੈ, ਜੋ ਤੁਹਾਨੂੰ ਇੱਕ ਸਹੀ ਸਲਾਹ ਤੇ ਮਸ਼ਵਰਾ ਦੇ ਸਕਦਾ ਹੈ। ਜੇ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਸਾਨੂੰ ਪੰਜਾਬੀ ਦੇ ਵਿੱਚ ਸਾਨੂੰ ਟ੍ਰਾਂਸਲੇਸ਼ਨ ਵਾਲਾ ਚਾਹੀਦਾ ਹੈ, ਜੋ ਕਿ ਪੰਜਾਬੀ 'ਚ ਗੱਲ ਕਰਨੀ ਹੈ। ਕਈ ਸੁਵਿਧਾਵਾਂ ਇੱਥੇ ਹੈਗੀਆਂ ਨੇ। ਤੁਸੀਂ NHS ਨੂੰ ਵੀ ਫੋਨ ਕਰ ਸਕਦੇ ਹੋ ਕਿ ਮੈਨੂੰ ਇੱਥੇ ਡਰ ਲੱਗਦਾ ਪਿਆ, ਮੈਂ ਟੀਕਾ ਲਗਾਉਣਾ ਚਾਹੁੰਦੀ ਹਾਂ, ਪਰ ਮੇਰੇ ਦਿਮਾਗ ਵਿੱਚ ਕਈ ਸਵਾਲ ਨੇ। ਉਹ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਅੱਗੇ ਹੋਣਗੇ, ਉਹ ਤਤਬਤ ਤਿਆਰ ਨੇ। ਪਰ ਪਹਿਲ ਤਾਂ ਕਰੀਆਂ ਅਸੀਂ, ਸਾਡੇ ਕੋਲ ਪਹਿਲ ਨਹੀਂ ਹੁੰਦੀ। ਅਸੀਂ ਰਾਦਰ ਦੈਨ ਡਾਕਟਰ ਦੀ ਸੁਣਨ ਤੋਂ ਬਜਾਏ ਅਸੀਂ ਲੋਕਾਂ ਦੀ ਸੁਣਦੇ ਹਾਂ। ਪੰਜਾਬੀਆਂ ਦੀ ਕਹਾਵਤ ਹੈ ਨਾ, ਸਾਡੇ ਜਿਤਨੇ ਮੂੰਹ ਤੇ ਉਤਨੀਆਂ ਗੱਲਾਂ। ਅਸੀਂ ਉਸ ਚੀਜ਼ ਦਾ ਅਸੀਂ ਧਿਆਨ ਰੱਖਣਾ ਹੈ ਕਿ ਅਸੀਂ ਇੱਕੋ ਦੇ ਪਾਸ ਜਾਣਾ ਹੈ। ਸਭ ਤੋਂ ਬੈਟਰ ਹੈ ਕਿ ਅਸੀਂ ਆਪਣੇ GP ਨਾਲ ਕੰਟੈਕਟ ਕਰੀਏ, ਉਹਨੂੰ ਉਹਦੇ ਕੋਲੋਂ ਸਹੀ ਸਲਾਹ ਮਸ਼ਵਰਾ ਲਈਏ ਤੇ ਉਹਨੂੰ ਦੀ ਗਾਈਡਲਾਈਨਸ ਦੇ ਨਾਲ ਚੱਲੀਏ ਤੇ ਅਸੀਂ ਗੌਰਮੈਂਟ ਦੀ ਵੀ ਹੈਲਪ ਕਰੀਏ। ਜੀ ਤੁਸੀਂ ਚਾਹੁੰਦੇ ਹੋ, ਹੁਣ ਮੈਂ ਸਵਾਲ ਇਹ ਮੇਰਾ ਨਹੀਂ ਜਾਂ ਡਾਕਟਰ ਸੁਖਪਾਲ ਜੀ ਦਾ ਨਹੀਂ ਹੈ ਜਾਂ ਸੰਗਤ TV ਦੇ ਮਾਧਿਅਮ ਦੇ ਜਸ ਤੇ ਬੈਠੇ ਇਹਨਾਂ ਦਾ ਨਹੀਂ ਹੈ। ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵਾਪਸ ਸੰਸਾਰ ਦੇ ਵਿੱਚ ਗੁਲਾਬ ਦੇ ਫੁੱਲ ਵਾਂਗੂ ਖੇਡਣਾ, ਇੱਕ ਦੂਜੇ ਨਾਲ ਮਿਲਵਰਤਨ ਰੱਖਣਾ ਹੈ, ਤਾਂ ਜਾ ਕੇ ਆਪਣੀ ਵੈਕਸੀਨ ਲਗਾ ਲਓ। ਵੈਕਸੀਨ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਜਿਹਦੇ ਨਾਲ ਤੁਹਾਨੂੰ ਸਾਈਡ ਇਫੈਕਟ ਹੋਵੇ। ਮਾੜੀਆਂ ਮੋਟੀਆਂ ਸਾਈਡ ਇਫੈਕਟ ਹਰ ਇੱਕ ਮੈਡੀਸਿਨ ਦੇ ਵਿੱਚ ਹੁੰਦੀਆਂ ਨੇ ਤੇ ਮਾੜੀ ਮੋਟੀ ਦਵਾਈਆਂ ਦੇ ਵਿੱਚ ਹਰ ਇੱਕ ਕੁਝ ਸਭ ਕੁਝ ਹੁੰਦਾ ਉਹਦੇ ਵਿੱਚ। ਪਰ ਉਹ ਦਵਾਈ ਜਿਹੜੀ ਸਾਨੂੰ ਰਾਹਤ ਦਿੰਦੀ ਹੈ ਉਹਨੂੰ ਤੁਸੀਂ ਜ਼ਰੂਰ ਲਓ। ਇੱਕ ਇੰਜੈਕਸ਼ਨ ਲੱਗੇਗਾ, ਉਸ ਤੋਂ ਬਾਅਦ ਤੁਹਾਨੂੰ 12 ਹਫ਼ਤਿਆਂ ਬਾਅਦ ਦੂਸਰਾ ਲੱਗੇਗਾ, ਉਸ ਤੋਂ ਬਾਅਦ ਅਸੀਂ ਪ੍ਰੋਟੈਕਟ ਹੋਵਾਂਗੇ। ਆਪਣਾ ਧਿਆਨ ਰੱਖੋ, ਸਫਾਈ ਰੱਖੋ, ਸੋਸ਼ਲ ਡਿਸਟੈਂਸ ਰੱਖੋ। ਤੇ ਜੇ ਤੁਹਾਨੂੰ ਕੋਵਿਡ ਦੇ ਸ਼ਿਕਾਰ ਹੋ ਗਏ ਤੁਹਾਡਾ ਕੋਈ ਵੀ ਫੈਮਿਲੀ ਮੈਂਬਰ, ਤਾਂ ਪਲੀਜ਼ ਇਹਦੇ ਵਿੱਚ ਤੁਸੀਂ ਨੈਗਲੈਕਟ ਨਾ ਕਰੋ, ਕਿਉਂਕਿ ਤੁਸੀਂ ਆਪਣੇ
ਹੋਮੇ ਦੇ ਵਿੱਚ ਹੋ ਕੇ ਤੁਸੀਂ ਕਈਆਂ ਨੂੰ ਅੱਗੇ ਸਪਰੈਡ ਕਰ ਸਕਦੇ ਹੋ। ਜਿੰਨਾ ਛੇਤੀ ਇਹ ਕੰਟਰੋਲ ਵਿੱਚ ਆਏਗਾ ਉਤਨਾ ਛੇਤੀ ਹੀ ਸੰਸਾਰ ਮੁੜ ਤੋਂ ਬਹਾਲ ਹੋਏਗਾ ਤੇ ਸਾਰਿਆਂ ਨੂੰ ਖੁਸ਼ੀ ਮਿਲੇਗੀ। ਸਾਡੇ ਬਜ਼ੁਰਗ ਮੈਂਟਲ ਹੈਲਥ ਦੇ ਸ਼ਿਕਾਰ ਨਹੀਂ ਹੋਣਗੇ, ਉਹ ਇੰਜੋਏ ਕਰਨਗੇ ਆਪਣੀ ਲਾਈਫ। ਜੇ ਅਸੀਂ ਉਹਨਾਂ ਦੀ ਨੂੰ ਪਿਆਰੇ ਲੱਗਦੇ ਹਾਂ, ਜੇ ਬਜ਼ੁਰਗ ਸਾਨੂੰ ਪਿਆਰੇ ਲੱਗਦੇ ਨੇ ਤਾਂ ਉਹਨਾਂ ਬਜ਼ੁਰਗਾਂ ਦੇ ਵਾਸਤੇ, ਆਪਣੀ ਫੈਮਿਲੀ ਮੈਂਬਰਾਂ ਦੇ ਵਾਸਤੇ, ਪਰਿਵਾਰ ਦੇ ਵਾਸਤੇ ਸਟਾਪ ਕਰੋ ਕੋਵਿਡ ਨੂੰ ਫੈਲਾਣਾ ਤੇ ਡਾਕਟਰ ਦੀ ਸਲਾਹ ਮਸ਼ਵਰੇ ਦੇ ਨਾਲ ਇੰਜੈਕਸ਼ਨ ਜ਼ਰੂਰ ਲਗਵਾਓ ਆਪਣੇ। ਡਾਕਟਰ ਜੀ ਮੇਰੇ ਕੋਲ ਆਪਣਾ ਸਮਾਂ ਵੀ ਹੋ ਚੱਲਿਆ ਹੈ, ਆਪ ਜੀ ਇੱਕ ਜ਼ਰੂਰ ਦੱਸੋ ਕਿ ਜੇ ਕਿਸੇ ਨੂੰ ਕੋਵਿਡ ਦੇ ਸਿੰਪਟਮਸ ਨੇ ਉਹਨੂੰ ਕੀ ਕਰਨਾ ਚਾਹੀਦਾ? ਜੀ ਸੋ ਜਿਸ ਤਰ੍ਹਾਂ ਕਿ ਗਵਰਨਮੈਂਟ ਗਾਈਡਲਾਈਨਸ ਹੈਗੀਆਂ ਨੇ ਕਿ ਜੇ ਤੁਹਾਨੂੰ ਨਵੇਂ ਤੌਰ ਤੇ ਖਾਂਸੀ ਸ਼ੁਰੂ ਹੁੰਦੀ ਹੈ ਔਰ ਰਹਿੰਦੀ ਹੈ, ਹੁਣ ਕਈ ਵਾਰੀ ਅਸੀਂ ਕੁਝ ਕਰਾਰਾ ਖਾ ਲਿਆ, ਖਾਂਸੀ ਆ ਗਈ, ਇਹਦਾ ਮਤਲਬ ਇਹ ਨਹੀਂ ਵੀ ਦੈਟਸ ਨਿਊ ਕਾਫ। ਨੋਰਮਲੀ ਘੰਟੇ 2 ਘੰਟੇ ਤੋਂ ਜ਼ਿਆਦਾ ਤੁਹਾਨੂੰ ਜੇ ਖਾਂਸੀ ਰਹੇ ਉਹਨੂੰ ਕਹਿੰਦੇ ਨੇ ਪਰਸਿਸਟੈਂਟ ਕਾਫ। ਤੁਹਾਨੂੰ ਨਵਾਂ ਬੁਖਾਰ ਸ਼ੁਰੂ ਹੋਇਆ ਹੈ ਔਰ ਤੁਹਾਡੇ ਸੈਂਸ ਆਫ ਸਮੈਲ ਜਾਂ ਤੁਹਾਡੀ ਟੇਸਟ ਜਿਹੜਾ ਉਹਦੇ ਵਿੱਚ ਫਰਕ ਆ ਗਿਆ, ਇਹ ਜਿਹੜੇ ਨੇ 3 ਜਿਹੜੇ ਮੇਨ ਸਿੰਪਟਮਸ ਨੇ ਕੋਵਿਡ ਦੇ। ਹੋਰ ਵੀ ਜਿਸ ਤਰ੍ਹਾਂ ਬੋਡੀ ਏਕਸ ਐਂਡ ਪੇਨਸ ਵਗੈਰਾ ਹੋ ਗਈਆਂ, ਟਾਇਰਡਨੈਸ ਹੋ ਗਈ, ਲੈਥਰਜੀ, ਫਟੀਗ। ਤੇ ਸਭ ਤੋਂ ਪਹਿਲਾਂ ਤੇ ਤੁਸੀਂ ਬਹੁਤ ਇੱਕਦਮ ਚੁਕੰਨੇ ਹੋ ਜਾਣਾ ਹੈ ਕਿ ਹੁਣ ਮੈਂ ਇਹ ਚੀਜ਼ ਹੋ ਸਕਦਾ ਇਹ ਕੋਵਿਡ ਹੈ ਐਂਡ ਮੈਂ ਕਿਸੇ ਨੂੰ ਫੈਲਾ ਸਕਦਾ ਜੀ। ਸੋ ਪਹਿਲੀ ਤਾਂ ਗੱਲ ਹੈ ਤੁਸੀਂ ਉਸੇ ਵੇਲੇ ਧਾਰ ਲੈਣਾ ਹੈ ਕਿ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ ਜੀ। ਜਾਂ ਫਿਰ ਤੁਸੀਂ ਜਿਹੜੀ NHS ਦੀ 111 ਦੀ ਵੈਬਸਾਈਟ ਹੈ ਉੱਤੇ ਜਾ ਸਕਦੇ ਆ, ਤੇ ਜਿਹੜੇ ਮੇਰੇ ਵੀਰ ਜਾਂ ਭੈਣ ਆਨਲਾਈਨ ਨਹੀਂ ਐਕਸੈਸ ਕਰ ਸਕਦੇ ਜੀ, ਉਹ ਲੋਕ 119 ਵੀ ਡਾਇਲ ਕਰਕੇ ਤੇ ਅੱਗੇ ਆਪਣਾ ਟੈਸਟ ਕਰਵਾ ਸਕਦੇ ਨੇ। ਉਹ ਟੈਸਟ ਵਾਸਤੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ, ਉਹ ਟੈਸਟਿੰਗ ਕਿਟ ਤੁਹਾਡੇ ਘਰ ਹੀ ਭੇਜੀ ਜਾਏਗੀ ਔਰ ਤੁਹਾਨੂੰ 1-2 ਦਿਨਾਂ ਦੇ ਵਿੱਚ ਪਤਾ ਚੱਲ ਜਾਏਗਾ ਕਿ ਤੁਹਾਨੂੰ ਵਾਕਈ ਕੋਵਿਡ ਹੈਗਾ ਕਿ ਨਹੀਂ ਹੈਗਾ। ਜੇ ਉਹ ਟੈਸਟ ਨੈਗੇਟਿਵ ਆ ਗਿਆ ਦੈਨ ਦੈਟਸ ਫਾਈਨ, ਤੁਸੀਂ ਫਿਰ ਦੁਬਾਰਾ ਆਪਣੀ ਜਿਹੜੀ ਆ ਉਸ ਤਰ੍ਹਾਂ ਲਾਈਫ ਕਮੈਂਸ ਕਰ ਸਕਦੇ ਆ। ਬਟ ਐਟ ਦ ਮੋਮੈਂਟ ਜਿਸ ਤਰ੍ਹਾਂ ਕਿ ਲੋਕਡਾਊਨ ਹੈਗਾ, ਆਈ ਮੀਨ ਅਦਰ ਦੈਨ ਕੀ ਵਰਕਰਸ ਜਾਂ ਜਿਨ੍ਹਾਂ ਦੀ ਬਹੁਤ ਲੋੜ ਹੈ ਦੇ ਕਾਂਟ ਜੀ। ਜੇ ਉਹ ਪੋਜ਼ਿਟਿਵ ਆ ਜਾਂਦਾ ਹੈ ਦੈਨ ਯੂ ਮਸਟ ਸੈਲਫ ਆਈਸੋਲੇਟ, ਐਂਡ ਜਿਹੜੇ ਤੁਹਾਡੇ ਘਰ ਦੇ ਸਾਰੇ ਜੀ ਨੇ ਉਹਨਾਂ ਨੂੰ ਵੀ ਘਰ ਦੇ ਵਿੱਚ ਹੀ ਰਹਿਣਾ ਪੈਣਾ ਹੈ for up to 10 days। ਬਿਲਕੁਲ। ਇੱਕ ਨਾਲ ਜ਼ਰੂਰੀ ਡਾਕਟਰ ਸਾਹਿਬ ਕਿ ਵਾਸ਼ਿੰਗ ਯੋਰ ਹੈਂਡਸ, ਮਾਸਕ ਪਾ ਕੇ ਇਹ ਜ਼ਰੂਰੀ ਹੈ। ਇਹ ਕੋਈ ਸਾਡੇ ਸ਼ਾਨ ਦੇ ਵਰਖਲਾਫ ਨਹੀਂ ਹੈ ਕਿ ਮੈਂ ਮਾਸਕ ਨਹੀਂ ਪਾਉਣਾ, ਮੈਂ ਤਕੜਾ ਆ। ਤੁਸੀਂ ਬਹੁਤ ਵੱਡਾ ਰਿਸਕ ਲੈ ਰਹੇ ਹੋ। ਆਪਾਂ ਇਸ ਚੀਜ਼ ਨੂੰ ਸਮਝੀਏ, ਇਸ ਅੱਗ 'ਚੋਂ ਆਪਾਂ ਨੂੰ ਬਚਣ ਦੀ ਲੋੜ ਹੈ। ਜੇ ਆਪਾਂ ਨਾ ਆਪਣੇ ਆਪ ਨੂੰ ਸੰਭਾਲਿਆ, ਨਾ ਅਕਲਮੰਦੀ ਕੀਤੀ, ਸਾਰੇ ਦੁਨੀਆ ਦੇ ਡਾਕਟਰ, ਸਾਇੰਟਿਸਟ ਹਰ ਕੋਈ ਇਹੀ ਰੌਲਾ ਪਾ ਰਹੇ ਨੇ ਕਿ ਇਹ ਚੀਜ਼ਾਂ ਪ੍ਰੈਕਟਿਸ ਵਿੱਚ ਪਾ ਲਓ ਜੀ, ਚਾਹੇ ਆਪਾਂ ਜਿੱਥੇ ਵੀ ਜਾਣੇ। ਸੋ ਆਪਣੀ ਭਲਾ ਹੋਵੇਗਾ। ਸੋ ਆਪਾਂ ਸਾਰਿਆਂ ਨੇ ਇਸ ਕਰਕੇ ਕੋਸ਼ਿਸ਼ ਕਰਨੀ ਹੈ ਕਿ ਇਸ ਲੜਾਈ ਦੇ ਵਿੱਚ ਇਕੱਠੇ ਲੜਨਾ ਪੈਣਾ ਤੇ ਸਿਆਣੇ ਹੋ ਕੇ ਲੜਨਾ ਪੈਣਾ, ਤਾਂ ਜੋ ਕਿ ਆਪਾਂ ਇਸ ਤੇ ਇਹਨੂੰ ਹਰਾ ਦਈਏ ਤਾਂ ਸਾਡੇ ਜੋ ਜੀਵਨ ਜਿਸ ਤਰ੍ਹਾਂ ਅੱਗੇ ਚੱਲਦੇ ਸੀ ਆਪਾਂ ਉਸ ਤਰ੍ਹਾਂ ਜੀਵਨ ਮੁੜ ਕੇ ਜੀ ਸਕੀਏ। ਦਿਲ ਸਭ ਦਾ ਕਰਦਾ ਕਿਸੇ ਮਿਲੀਏ ਵਰਤੀਏ, ਪਰ ਸਮਾਂ ਐਸਾ ਆ ਗਿਆ ਕਿ ਸਮੇਂ ਨੇ ਸਾਨੂੰ ਸਾਰਿਆਂ ਨੂੰ ਰੋਕ ਦਿੱਤਾ ਹੈ। ਆਪ ਜੀ ਦੋਹਾਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਸਮਾਂ ਕੱਢਿਆ, ਅੱਜ ਸਾਡੀ ਸੰਗਤ ਟੈਲੀਵਿਜ਼ਨ ਤੇ ਸੰਗਤਾਂ ਨਾਲ ਰੂਬਰੂ ਹੋ ਰਹੇ ਹੋ। ਫਿਰ ਕਦੀ ਮੌਕਾ ਬਣਿਆ ਫਿਰ ਸੰਗਤਾਂ ਨਾਲ ਸਾਂਝ ਪਾਵਾਂਗੇ। ਆਓ ਜੀ ਆਪਾਂ ਲਈਏ ਜੀ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।